जो नर दुख में दुख नहीं मानै, दुख में दुख नहीं मानै, जो नर दुख में दुख नहीं मानै, दुख में दुख नहीं मानै। मैं गुरुद्वारा ਸੀਸ ਗੰਜ ਹਾਂ। ਮੈਂ ਸਿਰਫ ਇੱਟਾਂ ਪੱਥਰ ਜਾਂ ਲੋਹੇ ਦੀ ਬੇਜਾਨ ਇਮਾਰਤ ਨਹੀਂ। ਮੈਂ ਆਪਣੀ ਬੁੱਕਲ 'ਚ ਇਤਿਹਾਸ ਦਾ ਇੱਕ ਅਜ਼ੀਮ ਪੰਨਾ ਸਾਂਭੀ ਬੈਠਾ ਹਾਂ, ਜਿਸ ਉੱਤੇ ਸਿੱਖ ਇਤਿਹਾਸ ਦੀ ਅਜਿਹੀ ਇਬਾਰਤ ਉਕਰੀ ਹੋਈ ਹੈ ਜੋ ਸਿੱਖ ਕੌਮ ਨੂੰ ਹੀ ਨਹੀਂ ਬਲਕਿ ਸਾਰੀ ਦੁਨੀਆ ਨੂੰ ਗਰਵ ਮਹਿਸੂਸ ਕਰਵਾਉਂਦੀ ਹੈ। ਵਿਸ਼ਵ ਦੇ ਇਤਿਹਾਸ 'ਚ ਉਹਨਾਂ ਮਹਾਨ ਵਿਅਕਤੀਆਂ ਦਾ ਜ਼ਿਕਰ ਮਨੁੱਖੀ ਸਮਾਜ ਨੂੰ ਹਮੇਸ਼ਾ ਪ੍ਰਭਾਵਿਤ ਕਰਦਾ ਪ੍ਰੇਰਨਾ ਦਾ ਸਰੋਤ ਰਿਹਾ ਹੈ, ਜਿਹੜੇ ਆਪਣੇ ਵਿਸ਼ਵਾਸ, ਅਕੀਦੇ, ਇਬਾਦਤ ਤੇ ਆਸਥਾ ਲਈ ਸ਼ਹਾਦਤ ਪ੍ਰਾਪਤ ਕਰ ਗਏ। ਇਤਿਹਾਸ ਦੀਆਂ ਮਹਾਨ ਸ਼ਹਾਦਤਾਂ 'ਚ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਵਿਲੱਖਣ, ਅਦੁੱਤੀ ਤੇ ਲਾਮਿਸਾਲ ਹੈ। ਸ਼ਹਾਦਤ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਾ ਅੰਤਿਮ ਪੜਾਅ ਸੀ। ਉਹਨਾਂ ਦਾ ਸਮੁੱਚਾ ਜੀਵਨ ਹੀ ਤਿਆਗ, ਤਪ, ਵੈਰਾਗ, ਲੋਕਾਈ ਦੀ ਸੇਵਾ ਤੇ ਕੁਰਬਾਨੀ ਨਾਲ ਸਰਸ਼ਾਰ ਸੀ। ਉਹਨਾਂ ਦੀਆਂ ਰਚਨਾਵਾਂ 'ਚ ਵੈਰਾਗ ਝਲਕਦਾ ਹੈ। ਜੋ ਪ੍ਰਾਣੀ ਮਮਤਾ ਤਜੇ, ਲੋਭ ਮੋਹ ਅਹੰਕਾਰ, ਕਹ ਨਾਨਕ ਆਪਨ ਤਰੇ, ਆਵਰਨ ਲੇਤ ਉਧਾਰ। ਆਪ ਜਿੱਥੇ ਵੈਰਾਗਮਈ ਜੀਵਨ ਜਿਉਣ ਤੇ ਸਿਮਰਨ ਉੱਤੇ ਜ਼ੋਰ ਦਿੰਦੇ ਸਨ, ਉੱਥੇ ਹੀ ਜਬਰ ਤੇ ਜ਼ੁਲਮ ਨੂੰ ਸਹਿਣ ਦਾ ਵੀ ਵਿਰੋਧ ਕਰਦੇ ਸਨ। ਵਿਰੋਧ ਕਰਨ ਲਈ ਆਤਮਿਕ ਬਲ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਆਤਮਿਕ ਬਲ ਲਈ ਸਿਮਰਨ, ਇਸ ਨਾਲ ਨਿਡਰਤਾ ਉਪਜਦੀ ਹੈ। ਉਸ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਦੇ ਫਿਰਕਾ ਪਰਸਤੀ ਦੇ ਆਤੰਕੀ ਜ਼ੁਲਮ ਤੋਂ ਸਾਰੇ ਦੇਸ਼ 'ਚ ਡਰ ਭੈ ਪਸਰ ਰਿਹਾ ਸੀ। ਹਿੰਦੂ ਮੰਦਰ ਢਾਉਣ ਤੇ ਜਬਰੀ ਮਜ਼ਹਬ ਤਬਦੀਲੀ ਦਾ ਬਾਦਸ਼ਾਹੀ ਹੁਕਮ ਸੀ। ਜਿਹੜਾ ਹੁਕਮ ਦੀ ਨਾਫਰਮਾਨੀ ਕਰਦਾ, ਉਸ ਨੂੰ ਕਤਲ ਕਰ ਦਿੱਤਾ ਜਾਂਦਾ। ਜਬਰੀ ਮਜ਼ਹਬ ਤਬਦੀਲੀ ਦੀ ਗਾਜ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਤੇ ਪਈ। ਆਪਣੇ ਆਪ ਨੂੰ ਬਚਾਉਣ ਲਈ ਉਹ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਜਾ ਪਹੁੰਚੇ, ਕਿਉਂਕਿ ਉਹ ਜਾਣਦੇ ਸਨ ਕਿ ਪਹਿਲਾਂ ਵੀ ਸਿੱਖ ਗੁਰੂਆਂ ਨੇ ਕਈ ਵਾਰ ਮੁਗਲਾਂ ਦੇ ਅਤਿਆਚਾਰ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਆਪਣੇ ਤਿਲਕ ਤੇ ਜਨੇਊ ਦੀ ਰਾਖੀ ਲਈ 500 ਕਸ਼ਮੀਰੀ ਪੰਡਤਾਂ ਦਾ ਜੱਥਾ ਗੁਰੂ ਜੀ ਦੇ ਦਰਬਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹਾਜ਼ਰ ਹੋਇਆ ਤੇ ਗੁਰੂ ਜੀ ਨੂੰ ਸਾਰੀ ਘਟਨਾ ਤੋਂ ਜਾਣੂ ਕਰਵਾਇਆ। ਗੁਰੂ ਜੀ ਗੱਲ ਸੁਣ ਕੇ ਸੋਚੀ ਪੈ ਗਏ। ਐਨੇ ਨੂੰ ਬਾਲ ਗੋਬਿੰਦ ਰਾਏ ਜੀ ਆਏ ਤੇ ਪਿਤਾ ਜੀ ਨੂੰ ਚਿੰਤਾ ਵਿੱਚ ਦੇਖ ਕੇ ਚਿੰਤਾ ਦਾ ਕਾਰਨ ਪੁੱਛਿਆ। ਗੁਰੂ ਜੀ ਨੇ ਦੱਸਿਆ ਕਿ ਇਹ ਪਾਪ, ਅਧਰਮ ਤੇ ਅਤਿਆਚਾਰ ਕਿਸੇ ਸੱਚੇ ਸੁੱਚੇ ਮਹਾਪੁਰਸ਼ ਦੇ ਪਵਿੱਤਰ ਖੂਨ ਦੇ ਬਲੀਦਾਨ ਨਾਲ ਹੀ ਬਚਾਇਆ ਜਾ ਸਕਦਾ ਹੈ। ਬਾਲ ਗੋਬਿੰਦ ਦੇ ਇਤਿਹਾਸਿਕ ਕਥਨ ਕਿ ਤੁਹਾਡੇ ਤੋਂ ਵੱਡਾ ਮਹਾਪੁਰਸ਼ ਕੌਣ ਹੋ ਸਕਦਾ ਹੈ ਤੇ ਤੁਹਾਡੇ ਖੂਨ ਤੋਂ ਪਵਿੱਤਰ ਹੋਰ ਕਿਸ ਦਾ ਖੂਨ ਹੋ ਸਕਦਾ ਹੈ, ਸੁਣ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਕਸ਼ਮੀਰੀ ਪੰਡਤਾਂ ਦੇ ਆਗੂ ਕਿਰਪਾ ਰਾਮ ਜੀ ਨੂੰ ਇਹ ਕਹਿ ਕੇ ਨਿਸ਼ਚਿੰਤ ਕਰ ਦਿੱਤਾ ਕਿ ਜਾ ਕੇ ਬਾਦਸ਼ਾਹ ਨੂੰ ਕਹਿ ਦਿਓ ਕਿ ਸਾਡਾ ਧਾਰਮਿਕ ਰਹਿਬਰ ਗੁਰੂ ਤੇਗ ਬਹਾਦਰ ਹੈ ਤੇ ਜੇ ਉਹ ਇਸਲਾਮ ਧਰਮ ਕਬੂਲ ਕਰ ਲੈਂਦਾ ਹੈ ਤਾਂ ਅਸੀਂ ਵੀ ਸਾਰੇ ਇਸਲਾਮ ਕਬੂਲ ਕਰ ਲਵਾਂਗੇ। ਇੰਨਾ ਕਹਿ ਕੇ ਗੁਰੂ ਜੀ ਆਪਣੇ 3 ਸੇਵਕਾਂ ਭਾਈ ਮਤੀਦਾਸ, ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਨਾਲ ਬਾਦਸ਼ਾਹ ਦਾ ਕਹਿਰ ਚੱਲਣ
ਤੁਰ ਪਏ। ਬਾਲਕ ਗੋਬਿੰਦ ਰਾਏ ਜੀ ਨੂੰ ਗੁਰਗੱਦੀ ਸੌਂਪ ਕੇ ਗੁਰੂ ਜੀ ਨੇ ਆਗਰੇ ਜਾ ਕੇ ਗ੍ਰਿਫਤਾਰੀ ਦਿੱਤੀ। ਸ਼ਾਹੀ ਫੌਜ ਦੇ ਹਥਿਆਰਬੰਦ ਸਿਪਾਹੀ ਉਹਨਾਂ ਨੂੰ ਨਾਲ ਲੈ ਕੇ ਚਾਂਦਨੀ ਚੌਂਕ ਦਿੱਲੀ ਆ ਗਏ। ਵਜ਼ੀਰਾਂ ਤੇ ਕਾਜ਼ੀਆਂ ਨੇ ਇਸਲਾਮ ਕਬੂਲਣ ਨੂੰ ਕਿਹਾ। ਬਦਲੇ ਵਿੱਚ ਮਨ ਮਰਜ਼ੀ ਦਾ ਅਹੁਦਾ ਤੇ ਸਹੂਲਤਾਂ ਦਾ ਲਾਲਚ ਦਿੱਤਾ। ਗੁਰੂ ਜੀ ਦੇ ਮਨ ਵਿੱਚ ਭੈ ਬਿਠਾਉਣ ਲਈ ਉਹਨਾਂ ਦੇ ਸੇਵਕਾਂ ਨੂੰ ਤਸੀਹੇ ਦਿੱਤੇ ਗਏ। ਭਾਈ ਮਤੀ ਦਾਸ ਦੇ ਸਰੀਰ ਦੇ ਚਾਰੇ ਪਾਸੇ ਲੱਕੜਾਂ ਬੰਨ੍ਹ ਕੇ ਆਰੇ ਨਾਲ ਚੀਰ ਦਿੱਤਾ ਗਿਆ। ਪਰ ਭਾਈ ਮਤੀ ਦਾਸ ਭੈ ਮੁਕਤ ਹੋ ਜਪਜੀ ਸਾਹਿਬ ਦਾ ਪਾਠ ਕਰਦਾ ਰਿਹਾ। ਇਸੇ ਤਰ੍ਹਾਂ ਭਾਈ ਦਿਆਲ ਜੀ ਨੂੰ ਉਬਲਦੀ ਦੇਗ ਵਿੱਚ ਬਿਠਾ ਦਿੱਤਾ ਗਿਆ ਤੇ ਭਾਈ ਸਤੀ ਦਾਸ ਜੀ ਦੇ ਸਰੀਰ ਦੁਆਲੇ ਰੂੰ ਲਪੇਟ ਕੇ ਅੱਗ ਲਾ ਦਿੱਤੀ ਗਈ। ਗੁਰੂ ਜੀ ਦੇ ਸੇਵਕ ਜ਼ਰਾ ਵੀ ਨਾ ਘਬਰਾਏ ਤੇ ਉਹ ਪਾਠ ਕਰਦੇ ਕਰਦੇ ਸ਼ਹੀਦੀ ਪ੍ਰਾਪਤ ਕਰ ਗਏ। ਗੁਰੂ ਜੀ ਦੀਆਂ ਅੱਖਾਂ ਸਾਹਮਣੇ ਇਹ ਸਭ ਕੁਝ ਵਾਪਰਿਆ, ਪਰ ਸ਼ਾਂਤੀ ਦੇ ਪੁੰਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਬਿਲਕੁਲ ਸ਼ਾਂਤ ਤੇ ਅਡੋਲ ਬੈਠੇ ਰਹੇ। ਜਿਹ ਬਿਦ ਗੁਰ ਉਪਦੇਸਿਆ ਸੋ ਸੁਨ ਰੇ ਭਾਈ, ਨਾਨਕ ਕਹਿਤ ਪੁਕਾਰ ਕੈ ਗਉ ਪ੍ਰਭ ਸਰਨਾਈ। ਜਦ ਹਰ ਕੋਸ਼ਿਸ਼ ਦੇ ਬਾਵਜੂਦ ਗੁਰੂ ਧਰਮ ਕਬੂਲਣ ਲਈ ਨਹੀਂ ਮੰਨੇ ਤਾਂ ਹੋਰ ਜ਼ਿਆਦਾ ਤਸੀਹੇ ਦਿੱਤੇ ਜਾਣ ਲੱਗੇ। ਔਰੰਗਜ਼ੇਬ ਦੀ ਗੁਰੂ ਜੀ ਨਾਲ ਕੋਈ ਜ਼ਾਤੀ ਦੁਸ਼ਮਣੀ ਨਹੀਂ ਸੀ। ਉਹ ਤਾਂ ਚਾਹੁੰਦਾ ਸੀ ਕਿ ਗੁਰੂ ਜੀ ਹਿੰਦੂਆਂ ਦੇ ਮਸੀਹਾ ਬਣ ਕੇ ਉਹਨਾਂ ਦੀ ਮਦਦ ਨਾ ਕਰਨ। ਗੁਰੂ ਜੀ ਨੂੰ ਇਹ ਮਨਜ਼ੂਰ ਨਹੀਂ ਸੀ, ਕਿਉਂਕਿ ਉਹਨਾਂ ਪੰਡਤਾਂ ਨੂੰ ਜ਼ੁਬਾਨ ਦਿੱਤੀ ਸੀ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾੜੇ ਖੇਤ। ਹਾਰ ਕੇ ਗੁਰੂ ਜੀ ਨੂੰ ਬਾਦਸ਼ਾਹ ਨੇ ਕਰਾਮਾਤ ਦਿਖਾਉਣ ਦਾ ਹੁਕਮ ਦਿੱਤਾ। ਸਤਿਗੁਰੂ ਜੀ ਨੇ ਕਿਹਾ ਕਿ ਕਰਾਮਾਤ ਕਹਿਰ ਦਾ ਨਾਮ ਹੈ ਤੇ ਫਕੀਰ ਦਰਵੇਸ਼ ਇਹ ਨਹੀਂ ਦਿਖਾਉਂਦੇ। ਮਜ਼ਹਬ ਨੂੰ ਤੂੰ ਦੋ ਤੋਂ ਇੱਕ ਕਰਨਾ ਚਾਹੁੰਦਾ ਹੈ, ਪਰ ਰੱਬੀ ਰਜ਼ਾ ਤਾਂ 2 ਤੋਂ 3 ਕਰਨ ਵਿੱਚ ਹੈ। ਕੁਦਰਤ ਦੇ ਨਿਯਮ ਅਟਲ ਨੇ। ਇਹ ਸ੍ਰਿਸ਼ਟੀ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਚੱਲਦੀ ਹੈ। ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਦੀ ਬਾਰ-ਬਾਰ ਨਾਫਰਮਾਨੀ ਹੋ ਰਹੀ ਸੀ ਤੇ ਫਿਰ ਗੁੱਸੇ ਵਿੱਚ ਬਾਦਸ਼ਾਹ ਨੇ ਗੁਰੂ ਜੀ ਨੂੰ ਪਿੰਜਰੇ ਵਿੱਚ ਕੈਦ ਕਰਨ ਦਾ ਹੁਕਮ ਦੇ ਦਿੱਤਾ। ਐਸਾ ਪਿੰਜਰਾ ਜਿਸ ਵਿੱਚ ਨਾ ਬੈਠ ਸਕਦੇ ਸੀ ਨਾ ਲੇਟ ਸਕਦੇ ਸੀ। ਗੁਰੂ ਜੀ ਉਸ ਮਾਲਕ ਦਾ ਭਾਣਾ ਮੰਨਦੇ ਹਰ ਤਰ੍ਹਾਂ ਦੇ ਤਸ਼ੱਦਦ ਚੱਲਦੇ ਰਹੇ। ਉਹਨਾਂ ਨੂੰ ਇਸ ਦੁਨੀਆ ਲਈ ਕੋਈ ਮੋਹ ਨਹੀਂ ਸੀ। ਉਹਨਾਂ ਤਾਂ ਕੇਵਲ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਸਿੱਖਿਆ ਸੀ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹਿ ਨਾਨਕ ਥਿਰ ਨਾ ਰਹਿ, ਜਿਉ ਬਾਲੂ ਕੀ ਭੀਤ। ਬਾਦਸ਼ਾਹ ਨੂੰ ਜਦੋਂ ਇਹ ਯਕੀਨ ਹੋ ਗਿਆ ਕਿ ਗੁਰੂ ਆਪਣੇ ਵਚਨ ਤੇ ਅਟਲ ਨੇ ਤੇ ਜਦ ਤੱਕ ਜਿਉਂਦੇ ਨੇ ਹਿੰਦੂ ਧਰਮ ਨੂੰ ਮਿਟਾਉਣ ਦਾ ਉਸ ਦਾ ਸੁਪਨਾ ਕਦੇ ਪੂਰਾ ਨਹੀਂ ਹੋ ਸਕਦਾ, ਔਰੰਗਜ਼ੇਬ ਨੇ ਲਾਲ ਕਿਲੇ ਤੋਂ ਸ਼ਾਹੀ ਫਰਮਾਨ ਜਾਰੀ ਕਰ ਦਿੱਤਾ ਕਿ ਚਾਂਦਨੀ ਚੌਂਕ 'ਚ ਪੂਰੀ ਖਲਕਤ ਦੇ ਸਾਹਮਣੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰ ਦਿੱਤਾ ਜਾਵੇ। ਸ਼ਹਾਦਤ ਤੋਂ ਇੱਕ ਦਿਨ ਪਹਿਲਾਂ ਉੱਥੋਂ ਦੇ ਕੋਤਵਾਲ ਨੇ, ਜਿਹੜਾ ਗੁਰੂ ਸਾਹਿਬ ਜੀ ਦੇ ਤਪ, ਤਿਆਗ ਤੇ ਸਹਿਣ ਤੋਂ ਬਹੁਤ ਪ੍ਰਭਾਵਿਤ ਸੀ, ਬਾਦਸ਼ਾਹ ਦੇ ਹੁਕਮ ਬਾਰੇ ਗੱਲ ਕੀਤੀ ਤਾਂ ਗੁਰੂ ਜੀ ਨੇ ਕਿਹਾ ਕਿ ਕੱਲ ਦੁਪਹਿਰ ਤੋਂ ਬਾਅਦ ਗੁਰੂ ਤੇਗ ਬਹਾਦਰ ਸਰੀਰਕ ਰੂਪ 'ਚ ਨਹੀਂ ਰਹੇਗਾ, ਪਰ ਗੋਬਿੰਦ ਰੂਪੀ ਪਰਮਾਤਮਾ ਰਹੇਗਾ। ਧਰਮ ਉੱਤੇ ਚੱਲਣ ਵਾਲੇ ਹਮੇਸ਼ਾ ਰਹਿਣਗੇ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹਿ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। 11 ਨਵੰਬਰ
सन 1675 ਨੂੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਤੜਕੇ ਉੱਠ ਕੇ ਖੂਹ ਤੇ ਇਸ਼ਨਾਨ ਕੀਤਾ ਤੇ ਉੱਥੇ ਹੀ ਸ਼ਾਂਤ ਮਨ ਨਾਲ ਬੋੜ ਹੇਠਾਂ ਬੈਠ ਕੇ ਜਪਜੀ ਸਾਹਿਬ ਦਾ ਪਾਠ ਕੀਤਾ। ਚਾਂਦਨੀ ਚੌਂਕ 'ਚ ਉਸ ਕਤਲ ਦੇ ਵੇਲੇ ਹਿੰਦੂਆਂ ਤੇ ਮੁਸਲਮਾਨਾਂ ਦੀ ਭੀੜ ਇਕੱਠੀ ਹੋ ਚੁੱਕੀ ਸੀ। ਕੁਦਰਤ ਵੀ ਇਹ ਸਭ ਦੇਖ ਕੇ ਦੰਗ ਸੀ। ਚਾਰੇ ਪਾਸੇ ਬੱਦਲ ਤੇ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਸੀ। ਹੌਲੀ ਹੌਲੀ ਚਲਦੀ ਹਵਾ ਤੇਜ਼ ਹੁੰਦੀ ਜਾਂਦੀ ਸੀ। ਥੋੜੀ ਦੇਰ ਬਾਅਦ ਜੱਲਾਦ ਜਲਾਲੂਦੀਨ ਦੀ ਤਲਵਾਰ ਉੱਠੀ ਤੇ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਹੁੰਦਿਆਂ ਦੇਖ ਲੋਕਾਂ 'ਚ ਹਾਹਾਕਾਰ ਮਚ ਗਈ। ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਇਸ ਕਹਿਰ ਨੂੰ ਦੇਖ ਕੁਦਰਤ ਨੇ ਵੀ ਗੁੱਸੇ ਵਿੱਚ ਵਿਕਰਾਲ ਰੂਪ ਧਾਰ ਲਿਆ। ਉਸ ਵੇਲੇ ਐਨੀ ਤੇਜ਼ ਹਨੇਰੀ ਚੱਲੀ ਕਿ ਹੱਥ ਨੂੰ ਹੱਥ ਦਿਖਾਈ ਨਹੀਂ ਦੇ ਰਿਹਾ ਸੀ। ਚਾਰੇ ਪਾਸੇ ਭਗਦੜ ਮਚ ਗਈ। ਐਸੇ ਭੱਜ ਦੌੜ ਦਾ ਫਾਇਦਾ ਚੁੱਕ ਗੁਰੂ ਜੀ ਦੇ ਇੱਕ ਸ਼ਰਧਾਲੂ ਭਾਈ ਜੈਤਾ ਜੀ ਨੇ ਜ਼ਮੀਨ ਉੱਤੇ ਪਿਆ ਗੁਰੂ ਜੀ ਦਾ ਸੀਸ ਚੁੱਕ ਬੜੇ ਸਤਿਕਾਰ ਨਾਲ ਕੱਪੜੇ ਵਿੱਚ ਲਪੇਟ ਝੋਲੀ ਵਿੱਚ ਪਾ ਲਿਆ ਤੇ ਆਪਣੇ ਸਾਥੀਆਂ ਦੇ ਨਾਲ ਕੀਰਤਪੁਰ ਵੱਲ ਰਵਾਨਾ ਹੋ ਪਿਆ। ਗੁਰੂ ਜੀ ਦੇ ਧੜ ਨੂੰ ਬੇਅਦਬੀ ਤੋਂ ਬਚਾਉਣ ਲਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਪੁੱਤਰ ਦੀ ਮਦਦ ਨਾਲ ਧੜ ਰੂੰ ਵਿੱਚ ਲਪੇਟ ਕੇ ਗੱਡੇ ਤੇ ਰੱਖ ਉੱਥੋਂ ਛੇਤੀ ਨਾਲ ਆਪਣੇ ਪਿੰਡ ਰਾਏਸੀਨ ਲੈ ਗਿਆ ਤੇ ਉੱਥੇ ਹੀ ਲੱਖੀ ਸ਼ਾਹ ਨੇ ਅੰਤਿਮ ਅਰਦਾਸ ਕਰਕੇ ਮਹਾਰਾਜ ਦੀ ਦੇਹ ਨੂੰ ਘਰ ਦੇ ਅੰਦਰ ਲੈ ਜਾ ਕੇ ਗੱਡੇ ਤੇ ਘਰ ਸਮੇਤ ਅੱਗ ਲਾ ਕੇ ਗੁਰੂ ਜੀ ਦਾ ਅੰਤਿਮ ਸੰਸਕਾਰ ਕਰ ਦਿੱਤਾ। ਅੱਜ ਉਸੇ ਥਾਂ ਗੁਰਦੁਆਰਾ ਰਕਾਬਗੰਜ ਸੁਭਾਇਮਾਨ ਹੈ। ਉਧਰ ਮੁਗਲ ਫੌਜ ਪਰੇਸ਼ਾਨ ਹੋ ਗਈ ਕਿ ਗੁਰੂ ਜੀ ਦਾ ਸੀਸ ਤੇ ਧੜ ਕਿੱਥੇ ਅਲੋਪ ਹੋ ਗਏ। ਸੀਸ ਭਾਈ ਜੈਤਾ ਜੀ ਨੇ ਗੁਰੂ ਗੋਬਿੰਦ ਰਾਏ ਦੇ ਸਾਹਮਣੇ ਰੱਖ ਦਿੱਤਾ ਤੇ ਬੜੇ ਸਤਿਕਾਰ ਨਾਲ ਕੀਰਤਪੁਰ ਵਿਖੇ ਉਹਨਾਂ ਦਾ ਸੰਸਕਾਰ ਕੀਤਾ। ਇਹ ਸ਼ਾਇਦ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਸੀਸ ਦਾ ਕਿਤੇ ਹੋਰ ਤੇ ਧੜ ਦਾ ਕਿਸੇ ਹੋਰ ਜਗ੍ਹਾ ਤੇ ਸੰਸਕਾਰ ਹੋਇਆ। ਇਹ ਸਥਾਨ ਜਿੱਥੇ ਗੁਰੂ ਜੀ ਦਾ ਪਵਿੱਤਰ ਖੂਨ ਡੁੱਲਿਆ, ਉਸ ਪਵਿੱਤਰ ਸਥਾਨ ਤੇ ਮੈਂ ਗੁਰਦੁਆਰਾ ਸੀਸਗੰਜ ਖੜਾ ਹਾਂ ਤੇ ਸਦੀਵੀਂ ਖੜਾ ਰਹਾਂਗਾ। ਇਹ ਚਾਂਦਨੀ ਚੌਂਕ ਸ਼ਹੀਦਾਂ ਦੇ ਸਰਤਾਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਤੇ ਭਾਈ ਮਤੀਦਾਸ, ਭਾਈ ਦਿਆਲਾ ਜੀ ਤੇ ਭਾਈ ਸਤੀਦਾਸ ਦੀ ਕੁਰਬਾਨੀ ਯਾਦ ਦਵਾਉਂਦਾ ਰਹੇਗਾ। ਇਹ ਮੇਰਾ ਸਰੂਪ ਜੋ ਅੱਜ ਹੈ, ਉਹ ਮੈਨੂੰ ਸਿੱਖ ਕੌਮ ਦੇ ਮਹਾਨ ਜਰਨੈਲਾਂ ਨੇ ਬਖਸ਼ਿਆ ਜਦੋਂ ਉਹਨਾਂ 30,000 ਸਿੱਖਾਂ ਦੀ ਫੌਜ ਲੈ ਕੇ ਦਿੱਲੀ ਉੱਤੇ ਖਾਲਸੇ ਦਾ ਝੰਡਾ ਫਹਿਰਾਇਆ। ਗੁਰੂ ਜੀ ਨੂੰ ਸ਼ਰਧਾਂਜਲੀ ਦੇਣ ਰੋਜ਼ ਲੱਖਾਂ ਸ਼ਰਧਾਲੂ ਇੱਥੇ ਆਉਂਦੇ ਨੇ ਤੇ ਨਤਮਸਤਕ ਹੁੰਦੇ ਨੇ। ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦੇ ਅਨੁਸਾਰ ਰਾਤ ਦਿਨ ਇੱਥੇ ਕੀਰਤਨ ਦਾ ਪ੍ਰਵਾਹ ਚੱਲਦਾ ਹੈ। ਢਾਡੀ ਜਥੇ ਵਾਰਾਂ ਦੇ ਰਾਹੀਂ ਮਹਾਨ ਸ਼ਹੀਦਾਂ ਦਾ ਗੁਣਗਾਨ ਕਰਦੇ ਨੇ। ਲੋਕ ਇਸ ਦਰ ਤੇ ਅਰਦਾਸਾਂ ਕਰਦੇ ਨੇ, ਨਾਮ ਸਿਮਰਦੇ ਨੇ। ਗੁਰੂ ਤੇਗ ਬਹਾਦਰ ਸਿਮਰਿਐ ਘਰ ਨੌਨਿਧ ਆਵੇ ਤਾਏ। ਮੈਂ ਰਹਾ ਨਾ ਰਹਾ, ਇਸ ਬੋੜ ਦੇ ਰੁੱਖ ਦੇ ਟੁਕੜੇ ਰਹਿਣ ਨਾ ਰਹਿਣ, ਇਹ ਖੂਹ ਰਹੇ ਨਾ ਰਹੇ, ਪਰ ਜੋ ਜੋਤ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਖੂਨ ਦੀ ਜਗਾ ਕੇ ਗਏ ਨੇ, ਉਹ ਸਦੀਵੀਂ ਲੋਕਾਂ ਦੇ ਮਨਾਂ 'ਚ ਜਗਦੀ ਰਹੇਗੀ।
प्रगट भये गुरु तेग बहादुर, सगल सृष्टि पै टापी चादर।